ਸਤਿ ਸ੍ਰੀ ਅਕਾਲ ਜੀ। ਵੈਲਕਮ ਟੂ ਸਟੱਡੀ ਹੱਬ। ਤੁਹਾਡੇ ਆਪਣੇ ਸਟੱਡੀ ਹੱਬ ਪਰਿਵਾਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਰੇਸ਼ੀਓ ਦਾ ਪਾਰਟ 6 ਡਿਸਕਸ ਕਰਾਂਗੇ, ਜੋ ਕਿ ਸਾਡਾ ਰੇਸ਼ੀਓ ਦਾ ਲਾਸਟ ਪਾਰਟ ਹੋਵੇਗਾ। ਇਸ ਤੋਂ ਪਹਿਲਾਂ ਲੈਕਚਰਾਂ ਵਿੱਚ ਅਸੀਂ ਰੇਸ਼ੀਓ ਦੇ ਕਨਸੈਪਟ ਨੂੰ ਬਹੁਤ ਚੰਗੀ ਤਰ੍ਹਾਂ ਡਿਸਕਸ ਕੀਤਾ ਅਤੇ ਤੁਹਾਡੇ ਵੱਲੋਂ ਵੀ ਚੰਗਾ ਰਿਸਪੌਂਸ ਮਿਲਿਆ। ਤੁਸੀਂ ਚੰਗੀ ਤਰ੍ਹਾਂ ਕਨਸੈਪਟ ਸਿੱਖੇ ਅਤੇ ਉਹਨਾਂ ਨੂੰ ਅਪਲਾਈ ਕਰ ਰਹੇ ਹੋ। ਤੁਹਾਨੂੰ ਰੇਸ਼ੀਓ ਦੇ ਟੌਪਿਕ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ ਹੋਣੀ। ਠੀਕ ਹੈ ਜੀ। ਅਸੀਂ ਅੱਜ ਦਾ ਫਸਟ ਕੁਐਸਚਨ ਦੇਖਦੇ ਹਾਂ। ਅੱਜ ਦਾ ਫਸਟ ਕੁਐਸਚਨ ਦੇਖੋ। ਅੱਜ ਦਾ ਫਸਟ ਕੁਐਸਚਨ ਹੈ, ਇਨ ਏ ਫੈਕਟਰੀ ਦਾ ਨੰਬਰ ਆਫ ਲੇਬਰ ਡਿਕਰੀਜ਼ ਇਨ ਦਾ ਰੇਸ਼ੀਓ 9:8। ਇੱਕ ਫੈਕਟਰੀ ਵਿੱਚ ਨੰਬਰ ਦਿੱਤਾ ਹੋਇਆ, ਲੇਬਰ ਦਾ ਨੰਬਰ ਡਿਕਰੀਜ਼ ਹੋਇਆ, 9 ਤੋਂ 8 ਹੋ ਗਿਆ। ਲੇਬਰ ਪਹਿਲਾਂ 9 ਤੀ, ਹੁਣ 8 ਹੋ ਗਏ। ਠੀਕ ਹੈ ਜੀ। ਐਂਡ ਦੇਅਰ ਸੈਲਰੀ ਇਨਕਰੀਜ਼ ਇਨ ਦਾ ਰੇਸ਼ੀਓ, ਅਤੇ ਲੇਬਰ ਦੀ ਸੈਲਰੀ ਦਿੱਤੀ ਹੋਈ ਆ। ਸੈਲਰੀ ਪਹਿਲਾਂ ਕਿੰਨੀ ਤੀ? 14, ਹੁਣ ਕਿੰਨੀ ਹੋ ਗਈ? 15। ਇਫ ਟੋਟਲ ਵੇਜਸ on one day decrease by 6,000, then find the present salary of each day। देखो ਇੱਥੇ ਕੀ ਆ? if total wages one day, ਇੱਕ ਦਿਨ ਦਾ ਕੁੱਲ ਆਮਦਨੀ, ਇੱਕ ਦਿਨ ਦੀ ਕੁੱਲ ਆਮਦਨੀ ਡਿਕਰੀਜ਼ 6,000 ਘੱਟ ਹੋ ਗਈ ਆ। ਠੀਕ ਹੈ ਜੀ। then find the present salary of each day, ਪ੍ਰਤੇਕ ਦਿਨ ਦੀ ਹੁਣ ਦੀ ਸੈਲਰੀ ਪੁੱਛੀ ਗਈ ਆ। ਪ੍ਰੈਜ਼ੈਂਟ ਸੈਲਰੀ। ਹੁਣ ਦੇਖੋ ਇੱਥੇ ਸਮਝੋ, ਕਿਸੇ ਫੈਕਟਰੀ ਵਿੱਚ ਮਜ਼ਦੂਰ ਦੀ ਗਿਣਤੀ 9 ਤੋਂ 8 ਹੋ ਗਈ। 9 ਤੀ ਪਹਿਲਾਂ, ਹੁਣ 8 ਹੋ ਗਈ। ਠੀਕ ਹੈ ਜੀ। ਦੇ ਅਨੁਪਾਤ ਵਿੱਚ ਘਟਦੀ ਆ, ਅਤੇ ਉਹਨਾਂ ਦੀ ਤਨਖਾਹ ਪਹਿਲਾਂ 14 ਤੀ, ਹੁਣ 15 ਦੇ ਅਨੁਪਾਤ ਵਿੱਚ ਹੋ ਗਈ, ਵੱਧ ਗਈ। ਜੇ ਇੱਕ ਦਿਨ ਦੀ ਕੁੱਲ ਆਮਦਨ ਰੁਪਏ ਵਿੱਚ ਘਟ ਜਾਂਦੀ ਹੈ 6,000, ਫਿਰ ਹਰ ਦਿਨ ਦੀ ਮੌਜੂਦਾ ਤਨਖਾਹ ਦੱਸੋ। ਠੀਕ ਹੈ ਜੀ। ਦੇਖੋ ਕਿਵੇਂ ਕਰਾਂਗੇ ਆਪਾਂ ਕਨਸੈਪਟ। ਦੇਖੋ ਪਹਿਲਾਂ ਕਿੰਨੇ ਵਰਕਰ ਸੀ? ਵਰਕਰ ਕਿੰਨੇ ਦੀ? ਪਹਿਲਾਂ 9, ਤੇ ਹੁਣ ਕਿੰਨੇ ਰਹਿ ਗਏ? 8। ਪਹਿਲਾਂ 9 ਤੇ ਹੁਣ 8 ਰਹਿ ਗਏ। ਠੀਕ ਹੈ ਜੀ। ਤੇ ਸੈਲਰੀ ਕਿੰਨੀ ਦੀ ਆਪਣੀ? ਪਹਿਲਾਂ 14, ਤੇ ਹੁਣ ਵੱਧ ਕੇ ਕਿੰਨੀ ਹੋ ਗਈ? 15। ਹੁਣ ਕੋਈ ਮੈਨੂੰ ਇਹ ਦੱਸ ਸਕਦਾ ਵੀ ਸੈਲਰੀ ਜਿਹੜੀ ਬਣਦੀ ਆ, ਸੈਲਰੀ ਕਿਹਦੇ ਨਾਲ ਬਣਦੀ ਆ? ਜਿਵੇਂ ਇੱਕ ਤਾਂ ਵਰਕਰ ਹੁੰਦੇ ਨੇ, ਵਰਕਰ ਹੋ ਗਿਆ, ਤੇ ਉਹਨਾਂ ਦੀ ਤਨਖਾਹ। ਵਰਕਰ ਜਿੰਨੇ ਵੀ ਹੋਣਗੇ, ਮੰਨ ਲਓ ਆਪਣੇ ਕਿੰਨੇ ਵਰਕਰ ਦਿੱਤੇ? 9, ਤੇ ਉਹਨਾਂ ਦੀ ਤਨਖਾਹ ਕਿੰਨੀ ਦਿੱਤੀ ਹੋਈ ਆ? 14। ਜੇ ਦੋਨਾਂ ਨੂੰ ਆਪਾਂ ਮਲਟੀਪਲਾਈ ਕਰਾਂਗੇ, ਦੋਨਾਂ ਨੂੰ ਗੁਣਾ ਕਰਾਂਗੇ, ਤਾਂ ਹੀ ਤਨਖਾਹ ਬਣੂਗੀ ਉਹਨਾਂ ਦੀ। ਜਿਵੇਂ ਇੱਕ ਵਰਕਰ ਦੀ ਮੰਨ ਲਓ ਇੱਕ ਵਰਕਰ ਦੀ 14 ਰੁਪਏ ਆ, ਤਾਂ 9 ਵਰਕਰਾਂ ਦੀ ਕਿੰਨੀ ਹੋਊਗੀ? 9 ਵਰਕਰਾਂ ਦੀ ਕਿੰਨੀ ਹੋਊਗੀ? ਇੱਥੇ ਦੇਖੋ, 9 ਵਰਕਰਾਂ ਦੀ ਜੇ ਆਪਾਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ, 9 ਵਰਕਰਾਂ ਦੀ ਕਿੰਨੀ ਹੋਊਗੀ? 14 ਨਾਲ 126। ਇਸੇ ਤਰ੍ਹਾਂ ਇੱਥੇ ਦੇਖੋ, ਹੁਣ ਵਰਕਰ ਕਿੰਨੇ ਰਹਿ ਗਏ? 8। ਪਹਿਲਾਂ 9 ਵਰਕਰ ਸੀ, ਹੁਣ ਕਿੰਨੇ ਰਹਿ ਗਏ? 8। ਤੇ ਉਹਨਾਂ ਦੀ ਸੈਲਰੀ ਕਿੰਨੀ ਹੋ ਗਈ? ਇੱਕ ਵਰਕਰ ਦੀ ਇੱਥੇ ਸੈਲਰੀ ਲਿਖੋ। ਇੱਕ ਵਰਕਰ ਦੀ ਸੈਲਰੀ ਕਿੰਨੀ ਆ? 15, ਤੇ 8 ਵਰਕਰਾਂ ਦੀ 120। ਠੀਕ ਹੈ ਜੀ। ਇੱਥੇ ਤੱਕ ਗੱਲ ਸਮਝ ਲੱਗੀ? ਸੈਲਰੀ ਕੀ ਹੁੰਦੀ ਆ? ਜਿੰਨੇ ਵਰਕਰ ਦਿੱਤੇ ਹੋਏ ਨੇ, ਤੇ ਹੁਣ ਦੀ ਤਨਖਾਹ ਉਹਨਾਂ ਦੀ ਕਿੰਨੀ ਆ? ਹੁਣ ਦੀ ਸੈਲਰੀ ਕਿੰਨੀ ਆ? ਇੱਕ ਵਰਕਰ ਨੂੰ ਮਿਲਦੇ ਨੇ 14, ਤੇ 9 ਵਰਕਰ ਨੂੰ ਕਿੰਨੇ ਮਿਲਣਗੇ? 126। ਠੀਕ ਹੈ ਜੀ। ਇਸੇ ਤਰ੍ਹਾਂ ਲਿਖ ਲਿਆ ਆਪਾਂ। ਹੁਣ ਦੇਖੋ ਇੱਥੇ ਦੇਖੋ ਕੀ ਦਿੱਤਾ ਆਪਾਂ ਨੂੰ? ਵੱਧਦੀ ਹੈ ਜੇ ਇੱਕ ਦਿਨ ਦੀ ਕੁੱਲ ਆਮਦਨ ਰੁਪਏ ਵਿੱਚ ਘਟ ਜਾਂਦੀ ਹੈ 6,000। ਠੀਕ ਹੈ ਜੀ। 6,000। ਇੱਥੇ ਦੇਖੋ ਕਿੰਨੀ ਘਟਦੀ ਆ ਆਪਣੀ ਆਮਦਨ। ਪਹਿਲਾਂ ਕਿੰਨੇ ਬਣਦੀ ਸੀ ਆਪਣੇ? 9 ਮਜ਼ਦੂਰਾਂ ਦੀ ਆਮਦਨ ਕਿੰਨੀ ਬਣਦੀ ਸੀ? 126। ਤੇ 8 ਮਜ਼ਦੂਰ ਦੀ ਹੁਣ ਕਿੰਨੀ ਬਣਦੀ ਆ? 15 ਦੇ ਹਿਸਾਬ ਨਾਲ 120। ਇੱਥੇ ਕਿੰਨੇ ਘਟ ਰਹੇ ਨੇ? 6। 6 ਕਿਹਦੇ ਬਰਾਬਰ ਆ ਗਿਆ? 6 ਬਰਾਬਰ ਹੋ ਗਿਆ 6,000 ਦੇ। ਠੀਕ ਹੈ ਜੀ। 6 ਬਰਾਬਰ 6,000 ਦੇ। ਆਪਾਂ ਤੋਂ ਕੀ ਪੁੱਛਿਆ ਗਿਆ? ਫਿਰ ਹਰ ਦਿਨ ਦੀ ਮੌਜੂਦਾ ਤਨਖਾਹ ਲੱਭੋ। ਹੁਣ ਮੌਜੂਦਾ ਤਨਖਾਹ ਕਿੰਨੀ ਆ? ਇਹ ਪਹਿਲਾਂ ਦੀ ਹੋ ਗਈ 126, ਹੁਣ ਦੀ ਕਿੰਨੀ ਆ? 120। 6 ਬਰਾਬਰ
6000 ਦੇ ਮਲਟੀਪਲਾਈ ਕਿੰਨਾ ਹੋ ਜਾਊਗਾ 120, ਚਾਹੇ ਐਵੇਂ ਕਰ ਲਓ ਵੀ 126 ਤੇ ਇੱਥੇ x ਤੇ ਇਹ ਵੀ x ਹੋ ਗਿਆ, x ਜਿਹੜਾ ਕਾਮਨ ਹੁੰਦਾ ਇਹਨਾਂ ਵਿੱਚ 6x, x ਕਿੰਨਾ ਆ ਗਿਆ ਜੇ ਆਪਾਂ ਇੱਥੇ ਰੱਖਾਂਗੇ x 6x, x ਕਿੰਨਾ ਆ ਗਿਆ 1000, 1000 ਹੋ ਗਿਆ, ਇਹਨੂੰ ਆਪਾਂ ਕੱਟ ਦਿੰਦੇ 120 ਨੂੰ, x ਕਿੰਨਾ ਆ ਗਿਆ 1000। ਫਿਰ ਆਪਾਂ ਤੋਂ ਕੀ ਪੁੱਛਿਆ ਗਿਆ ਕਰੰਟ ਪ੍ਰੈਜੈਂਟ ਸੈਲਰੀ ਪੁੱਛੀ ਗਈ ਆਪਣੇ ਤੋਂ 120 ਇੰਟੂ 1000 ਕਿੰਨਾ ਹੋ ਗਿਆ 1,20,000। ਆਪਸ਼ਨ ਕਿਹੜਾ ਆਪਣਾ ਆਪਸ਼ਨ D ਆਂਸਰ। ਦੇਖੋ ਆਪਾਂ ਕੀ ਕੀਤਾ ਇਹਦੇ ਵਿੱਚ, ਆਪਾਂ ਨੂੰ ਕੀ ਦਿੱਤਾ ਹੋਇਆ ਸੀ ਪਹਿਲਾਂ ਕੁਐਸਚਨ ਵਿੱਚ, ਸਮਝੋ ਪਹਿਲਾਂ ਕੀ ਦਿੱਤਾ ਹੋਇਆ ਸੀ ਕੁਐਸਚਨ ਵਿੱਚ ਦਿੱਤੇ ਹੋਏ ਸੀ ਵਰਕਰ, ਪਹਿਲਾ ਵਰਕਰ ਕਿੰਨੇ ਸੀ 9, 9 ਤੋਂ ਵਰਕਰ ਕਿੰਨੇ ਹੋ ਗਏ 8, ਤੇ ਇਹਨਾਂ ਦੀ ਸੈਲਰੀ ਪਹਿਲਾਂ ਕਿੰਨੀ ਸੀ ਇੱਕ ਵਰਕਰ ਦੀ 14, 14 ਤੋਂ ਵਰਕਰ ਦੀ ਸੈਲਰੀ ਕਿੰਨੀ ਹੋ ਗਈ 15, ਇਹ ਵੱਧ ਗਈ, ਇੱਥੇ ਵਰਕਰ ਘਟੇ ਨੇ ਤੇ ਸੈਲਰੀ ਵੱਧ ਗਈ। ਪਹਿਲਾਂ ਸੈਲਰੀ ਕਿੰਨੀ ਬਣਦੀ ਸੀ 9 ਵਰਕਰਾਂ ਦੀ 14 ਦੇ ਹਿਸਾਬ ਨਾਲ 126 ਸੈਲਰੀ ਬਣਦੀ ਸੀ ਸਾਰਿਆਂ ਦੀ ਮਹੀਨੇ ਦੀ, ਮਹੀਨੇ ਲਾ ਲਓ ਜਾਂ ਫਿਰ ਸਾਲ ਦੀ, ਕੀ ਦਿੱਤਾ ਆਪਾਂ ਨੂੰ ਕੁਛ ਵੀ ਲਾ ਲਓ ਮਹੀਨਾ ਜਾਂ ਸਾਲ, 126 ਬਣਦੀ ਸੀ ਪਹਿਲਾਂ ਤੇ 8 ਹੁਣ 15 ਹੋ ਗਈ, ਇਹ ਕਿੰਨੇ ਬਣਦੇ ਨੇ 120, 120 ਤੇ ਇਹਨਾਂ ਦਾ ਅੰਤਰ ਕਿੰਨਾ ਹੋ ਗਿਆ 6, 6 ਕਿਹਦੇ ਬਰਾਬਰ ਆ ਗਿਆ ਜੋ ਕਿ ਆਪਾਂ ਕੁਐਸਚਨ ਵਿੱਚ ਦਿੱਤਾ ਹੋਇਆ 6 ਕਿਹਦੇ ਬਰਾਬਰ ਆ 6000 ਦੇ, x ਕਿੰਨਾ ਆ ਗਿਆ 1000, ਠੀਕ ਹੈ ਜੀ 1000 ਆ ਗਿਆ, ਤੇ 120 ਨੂੰ 120 x ਕਿੰਨਾ 1000, 120 ਨੂੰ 1000 ਨਾਲ ਗੁਣਾ ਕਰਕੇ ਕਿੰਨਾ ਆ ਗਿਆ 1,20,000, 2 3 4 4 ਜ਼ੀਰੋ ਆ, ਠੀਕ ਹੈ ਜੀ 1,20,000, ਠੀਕ ਹੈ ਜੀ ਸਮਝ ਲੱਗੀ ਇਸ ਗੱਲ। ਹੁਣ ਨੈਕਸਟ ਕੁਐਸਚਨ ਦੇਖੋ, ਇਹ ਵੀ ਬਿਲਕੁਲ ਸੇਮ ਆ ਉਸੇ ਤਰ੍ਹਾਂ ਕੁਐਸਚਨ, ਇਹਨੂੰ ਦੇਖੋ ਕਿਸੇ ਫੈਕਟਰੀ ਵਿੱਚ 7:6 ਦੇ ਅਨੁਪਾਤ ਵਿੱਚ ਮਜ਼ਦੂਰ ਦੀ ਗਿਣਤੀ ਹੈ। ਦੇਖੋ ਇੱਥੇ ਸਮਝੋ ਮਜ਼ਦੂਰ ਕਿੰਨੇ ਨੇ ਵਰਕਰ 7, ਹੁਣ ਕਿੰਨੇ ਰਹਿ ਗਏ 6, ਇਹ ਪਹਿਲਾਂ ਤੇ ਹੁਣ ਪ੍ਰੈਜੈਂਟ 6 ਰਹਿ ਗਏ, ਤੇ ਸੈਲਰੀ ਕਿੰਨੀ ਸੀ ਉਹਨਾਂ ਦੀ ਪਹਿਲਾਂ 13 ਤੇ ਹੁਣ 14, 13 7 91, 14 ਛਿਕਾ ਕਿੰਨੇ ਹੋ ਗਏ 84, ਇਹ ਕਿੰਨਾ ਆ ਗਿਆ ਅੰਤਰ ਕਿੰਨਾ ਆ ਗਿਆ ਇਹਨਾਂ ਦਾ ਕਿੰਨਾ ਆ ਗਿਆ 6 ਤੇ 1 7, 7 ਕਿਹਦੇ ਬਰਾਬਰ ਆ 7 ਬਰਾਬਰ 7000 ਇੰਟੂ ਕੀ ਪੁੱਛਿਆ ਆਪਣੇ ਤੋਂ ਫਿਰ ਹਰ ਦਿਨ ਦੀ ਮੌਜੂਦਾ ਤਨਖਾਹ, ਇਹ ਪੁੱਛਿਆ ਗਿਆ ਆਪਣੇ ਤੋਂ 84, 12 7 84, 12 7 84,000, ਕੀ ਆ ਗਿਆ ਆंसर अपना 84,000, ਇਹ ਆਈ ਆਪਣਾ आंसर ऑप्शन बी। ठीक है जी, गल समझ लगी आप किवें कीता ये क्वेश्चन। वर्कर किन्ने दित्ते सी 7, वर्कर किन्ने रह गए हुण प्रेजेंट 6, पहला किन्नी दी तनख्वाह एक वर्कर दी 13, हुण किन्नी रह गई 14, हुण किन्नी हो गई 14, एक वर्कर की तनख्वाह जे 13 तो 7 वर्कर की 91, इस तरह इत्थे जे एक वर्कर की तनख्वाह 14 तो 6 वर्कर की 84, अंतर कितना है 7, 7 बराबर दिता 7000 दे, ते अपने तो की पूछा गया थी प्रेजेंट सैलरी ईच डे की 84 ना मल्टीप्लाई करता है, ये प्रेजेंट अपना प्रेजेंट सैलरी ये पहला दी आ। ठीक है जी, समझ लगी गल इत्थे तक। हुण नैक्सट क्वेश्चन देखो, ये क्वेश्चन समझो पहला, देखो क्वेश्चन समझो पहला। द एनुअल इनकम ऑफ मिस्टर एक्स ਅਤੇ मिस्टर वाई, मिस्टर एक्स ਅਤੇ मिस्टर वाई ਦੀ ਸਾਲਾਨਾ ਆਮਦਨੀ 9:8 ਦੇ ਵਿੱਚ ਹੈ। Their expenses are in the ratio of 5:4, expenses ਉਹਨਾਂ ਦੀ ਮਿਆਦ 5:4 ਦੇ ਅਨੁਪਾਤ ਵਿੱਚ ਹੈ। ਜੇਕਰ ਹਰ ਇੱਕ ਵਿਅਕਤੀਗਤ ਰੂਪ ਵਿੱਚ 5000 ਰੁਪਏ ਵਿੱਚ ਐਕਸਪੈਂਸਿਸ ਮਤਲਬ ਵੀ ਉਹਨਾਂ ਦਾ ਖਰਚ ਜੇ 5:4 ਦੇ ਵਿੱਚ ਹੈ। ਆਮਦਨੀ ਕਿੰਨੀ ਆ ਆਪਣੀ 9:8 ਮਿਸਟਰ ਐਕਸ ਵਾਈ ਦੀ, ਮਿਸਟਰ ਐਕਸ ਦੀ ਆ, ਕਮਾਉਂਦਾ ਕਿੰਨਾ ਉਹ 9 ਰੁਪਏ,
ਤੇ y ਕਿੰਨੇ ਕਮਾਉਂਦਾ 8 8 ਤੇ x ਖਰਚ ਕਿੰਨੇ ਕਰਦਾ 5 ਰੁਪਏ ਤੇ y ਕਿੰਨੇ ਕਰਦਾ 4 ਰੁਪਏ। if each can save 5000 rupees what will be the cost of Mr. Y। ਜੇਕਰ ਹਰੇਕ 5000 ਰੁਪਏ ਬਚਾਉਂਦਾ ਤਾਂ y ਦੀ ਕੀਮਤ ਕੀ ਹੋਊਗੀ। y ਦੀ ਕੀਮਤ ਪੁੱਛੀ ਗਈ ਆਪਾਂ ਨੂੰ। ਦੇਖੋ ਕੰਸੈਪਟ ਦੇਖੋ, ਇਨਕਮ ਕਿੰਨੀ ਆ, ਇਨਕਮ x ਐਂਡ y। x ਦੀ ਇਨਕਮ ਕਿੰਨੀ ਆ 9, y ਦੀ 8। ਐਕਸਪੈਂਡੀਚਰ ਮਤਲਬ ਖਰਚ ਕਿੰਨਾ ਕਰਦੇ ਨੇ ਉਹ 5 ਤੇ 4। ਮੈਂ ਇੱਕ ਗੱਲ ਸਮਝੋ ਧਿਆਨ ਨਾਲ ਮੇਰੀ। ਮੰਨ ਲਓ ਮੈਂ 100 ਰੁਪਇਆ ਕਮਾਉਣਾ, ਉਹਦੇ ਵਿੱਚੋਂ ਜੇ ਮੈਂ 20 ਖਰਚ ਕਰਦਾ ਤਾਂ ਕੀ ਹੋਊਗਾ 80 ਕੀ ਹੋਣਗੇ 80 ਬਚਤ ਹੋਊਗੀ ਨਾ। ਉਹਨਾਂ ਵਿੱਚ ਆਪਾਂ ਦੋ ਹੀ ਚੀਜ਼ਾਂ ਕਰ ਸਕਦੇ ਹਾਂ, ਜਾਂ ਤਾਂ ਖਰਚ ਕਰ ਸਕਦੇ ਹਾਂ ਜਾਂ ਬਚਤ ਕਰ ਸਕਦੇ ਹਾਂ। ਜਿਵੇਂ ਇੱਥੇ ਜੇ ਮੈਂ 20 ਖਰਚ ਕਰ ਰਿਹਾ ਫਿਰ 80 ਬਚ ਰਹੇ ਨੇ, ਜੇ ਮੰਨ ਲਓ ਮੈਂ 80 ਖਰਚ ਕਰ ਰਿਹਾ ਫਿਰ 20 ਬਚਣਗੇ। ਠੀਕ ਹੈ ਜੀ। ਇਸੇ ਤਰ੍ਹਾਂ ਦੇਖੋ ਇੱਥੇ ਆਪਾਂ 9 ਰੁਪਏ ਕਮਾਏ, ਠੀਕ ਹੈ ਜੀ। ਉਹਦੇ ਵਿੱਚੋਂ ਐਕਸਪੈਂਡੀਚਰ ਮਤਲਬ ਖਰਚ 5 ਰੁਪਏ ਖਰਚ ਕਰਤੇ, ਕਿੰਨੇ ਬਚਣਗੇ ਆਪਣੇ 4 ਬਚਣਗੇ। ਇੱਥੇ ਵੀ 4। ਈਚ ਵਿਅਕਤੀਗਤ ਹਰੇਕ 5000 ਰੁਪਏ ਬਚਾਉਂਦਾ। ਇੱਥੇ ਦੇਖੋ ਇਹ ਵੀ 4 ਬਚਾਉਂਦਾ, ਇਹ ਵੀ 4 ਬਚਾਉਂਦਾ। 4 ਕਿਹਦੇ ਬਰਾਬਰ ਆ 5000 ਦੇ। ਠੀਕ ਹੈ। ਰੇਸ਼ੀਓ ਦੇ ਵਿੱਚ 4 ਦਿੱਤਾ ਹੋਇਆ ਤੇ ਆਪਾਂ ਨੂੰ ਰਕਮ ਕਿੰਨੀ ਦਿੱਤੀ ਆ 5000। 4 ਕਿਹਦੇ ਬਰਾਬਰ ਆ 5000 ਦੇ। ਆਪਾਂ ਨੂੰ ਕੀ ਪੁੱਛਿਆ ਤਾਂ ਮਿਸਟਰ ਵਾਈ ਦੀ ਕੀਮਤ ਕੀ ਹੋਵੇਗੀ। ਮਿਸਟਰ ਵਾਈ 8। ਮਿਸਟਰ ਵਾਈ ਦੀ ਕੀਮਤ ਇਹੀ ਆ 8 4 ਦੂਣੀ 8। ਇਹ ਕਿੰਨਾ ਹੋ ਗਿਆ 10000। ਤਾਂ ਮਿਸਟਰ ਵਾਈ ਦੀ ਕੀਮਤ 10000। ਸੌਰੀ, ਇਹਦੇ ਵਿੱਚ ਕੀ ਪੁੱਛਿਆ ਤਾਂ ਮਿਸਟਰ ਵਾਈ ਦਾ ਖਰਚ ਕੀ ਹੋਵੇਗਾ। ਖਰਚ ਦੇਖੋ ਕੀ ਹੋਵੇਗਾ। ਖਰਚ ਕਿੰਨੇ ਕਰਦਾ 4। ਇੱਥੇ ਦੇਖੋ ਦੁਬਾਰਾ ਸਮਝੋ। ਦੇਖੋ ਦੁਬਾਰਾ ਇੱਥੇ 4 ਕਿਹਦੇ ਬਰਾਬਰ ਆ 4 ਬਰਾਬਰ ਆ 5000 ਦੇ। ਜਿਹੜਾ 4 ਆਪਣਾ ਬਚਦਾ 4 ਬਚਤ ਹੁੰਦੀ ਆ ਹਰੇਕ 4 ਬਚਾਉਂਦਾ ਰੇਸ਼ੀਓ ਦੇ ਵਿੱਚ। ਤੇ ਸੰਖਿਆ ਕਿੰਨੀ ਦਿੱਤੀ ਆ ਵੈਲਿਊ ਕਿੰਨੀ ਦਿੱਤੀ ਆ 5000। 5000 ਕਿਹਦੇ ਬਰਾਬਰ ਹੋਗਾ 4000 ਦੇ 4 ਦੇ। 5 ਕਿਹਦੇ ਬਰਾਬਰ ਆ 4 ਦੇ ਤੇ ਖਰਚ ਕਿੰਨੇ ਕਰਦਾ 4। 4 ਨਾਲ 4 ਕੱਟਿਆ ਗਿਆ, ਆਨਸਰ ਕਿੰਨਾ ਆ ਗਿਆ 5000। ਠੀਕ ਹੈ ਜੀ। ਆਪਸ਼ਨ ਕਿਹੜਾ ਆਪਣਾ ਆਪਸ਼ਨ ਏ। ਹੁਣ ਦੁਬਾਰਾ ਸਮਝੋ, ਦੇਖੋ ਇੱਥੇ ਸਮਝੋ, ਦੁਬਾਰਾ ਸਮਝੋ। ਐਕਸ ਕਿੰਨੇ ਕਮਾਉਂਦਾ, ਇਨਕਮ ਕਿੰਨੀ ਹੈ ਐਕਸ ਤੇ ਵਾਈ ਦੀ ਇਨਕਮ ਦਿੱਤੀ ਹੋਈ ਹੈ। ਇੱਥੇ ਦੇਖੋ ਇਨਕਮ ਕਮਾਈ ਵੀ ਕਮਾਉਂਦੇ ਕਿੰਨੇ ਨੇ ਉਹ। ਐਕਸ ਕਮਾਉਂਦਾ 9 ਰੁਪਏ, ਵਾਈ ਕਮਾਉਂਦਾ 8 ਰੁਪਏ। ਠੀਕ ਹੈ ਜੀ। ਤੇ ਉਹਨਾਂ ਦੇ ਐਕਸਪੈਂਸਿਸ ਉਹਨਾਂ ਦੇ ਖਰਚ ਦਿੱਤੇ ਹੋਏ ਨੇ। ਜੇ ਐਕਸ ਖਰਚ ਕਰਦਾ 5 ਰੁਪਏ ਤਾਂ ਵਾਈ ਖਰਚ ਕਰਦਾ 4। ਇਫ ਈਚ ਕੈਨ ਸੇਵ 5000 ਰੁਪੀਜ਼ ਜੇਕਰ ਹਰੇਕ 5000 ਬਚਾਉਂਦਾ ਵਟ ਵਿਲ ਦਾ ਕਾਸਟ ਆਫ ਮਿਸਟਰ ਵਾਈ। ਕਾਸਟ ਦਾ ਮਤਲਬ ਮਿਸਟਰ ਵਾਈ ਦਾ ਖਰਚ ਦੱਸੋ। ਮਿਸਟਰ ਵਾਈ ਦਾ ਖਰਚ ਕਿੰਨਾ ਮਿਸਟਰ ਵਾਈ ਖਰਚ ਕਰਦਾ 4 ਰੇਸ਼ੋ ਦੇ ਵਿੱਚ 4 ਤੇ ਠੀਕ ਹੈ ਜੀ। 4 ਖਰਚ ਕਰਦਾ, ਜੇ 8 ਕਮਾਉਂਦਾ 4 ਖਰਚ ਕਰਦਾ ਤਾਂ ਬਚਤ ਕਿੰਨੀ ਹੋਗੀ 4 ਇੱਥੇ 4 ਰੇਸ਼ੋ ਦੇ ਵਿੱਚ 4 ਦਿੱਤਾ ਹੋਇਆ ਤੇ ਬਚਤ ਕਿੰਨੀ ਕਰਦਾ 5000। 4 ਕਿਹਦੇ ਬਰਾਬਰ ਆ 5000 ਦੇ। 4 ਬਰਾਬਰ 5000 ਦੇ ਤੇ ਖਰਚ ਕਿੰਨੇ ਕਰਦਾ 4 ਨਾਲ 4 ਕੱਟਿਆ ਗਿਆ, ਆਨਸਰ ਕਿੰਨਾ ਆ ਗਿਆ ਜੀ ਆਪਣਾ 5000। ਠੀਕ ਹੈ ਜੀ। ਗੱਲ ਸਮਝ ਲੱਗੀ ਇੱਥੇ ਤੱਕ, ਕੋਈ ਦਿੱਕਤ ਤਾਂ ਨਹੀਂ। ਠੀਕ ਹੈ ਜੀ। ਗੱਲ ਸਮਝ ਲੱਗ ਗਈ ਇੱਥੇ ਤੱਕ। ਨੈਕਸਟ ਦੇਖੋ ਹੁਣ ਕੁਐਸਚਨ। ਇਹ ਵੀ ਕੁਐਸਚਨ ਦੇਖੋ। ਮਿਸਟਰ ਐਕਸ ਅਤੇ ਮਿਸਟਰ ਵਾਈ ਦੀ ਸਾਲਾਨਾ ਆਮਦਨੀ ਇਨਕਮ ਐਕਸ ਵਾਈ। ਇਨਕਮ ਐਕਸ ਕਮਾਉਂਦਾ
7, y ਦੀ ਇਨਕਮ 9 ਅਤੇ ਉਹਨਾਂ ਦੀ ਮਿਆਦ ਨਹੀਂ ਇੱਥੇ ਖਰਚ ਐਕਸਪੈਂਡੀਚਰ ਕਿੰਨਾ 3:5। ਜੇਕਰ ਦੋਵੇਂ ਵਿਅਕਤੀਗਤ ਤੌਰ ਤੇ 6000 ਰੁਪਏ ਬਚਾ ਸਕਦੇ ਹਨ, ਮਿਸਟਰ ਵਾਈ ਦੀ ਕੀਮਤ ਕੀ ਹੋਵੇਗੀ? ਮਿਸਟਰ ਵਾਈ ਦੀ ਇੱਥੇ ਵੀ ਖਰਚ ਪੁੱਛਿਆ ਗਿਆ। ਵਟ ਵਿਲ ਬੀ ਕਾਸਟ ਆਫ ਮਿਸਟਰ ਵਾਈ 4, ਇਹ ਵੀ 4 ਬਚਾਉਂਦਾ। 4 ਕਿਹਦੇ ਬਰਾਬਰ ਦਿੱਤਾ ਹੈ? 4 ਬਰਾਬਰ 6000 ਦੇ। ਮਿਸਟਰ ਵਾਈ ਦੀ ਕਾਸਟ ਕਿੰਨੀ ਆ? 5, ਰੇਸ਼ੋ ਦੇ ਵਿੱਚ 5, ਠੀਕ ਹੈ ਜੀ 5। ਇੱਥੇ ਕਿੰਨਾ ਆ ਗਿਆ? 15 5 7500, ਠੀਕ ਹੈ ਜੀ। ਕਿੰਨਾ ਆਂਸਰ ਆ ਗਿਆ ਆਪਣਾ? 7500। ਆਪਸ਼ਨ ਸੀ। ਦੇਖੋ ਮਲਟੀਪਲਾਈ ਕਿਵੇਂ ਕੀਤਾ, ਡਿਵਾਈਡ ਇੱਥੇ 15 ਚੌਕਾ 60, 15 ਚੌਕਾ 60, ਠੀਕ ਹੈ ਜੀ। 15 ਗੁਣਾ 5 ਤੇ 100 ਨੂੰ ਆਪਾਂ ਐਵੇਂ ਲਿਖ ਸਕਦੇ ਹਾਂ 15 5 75, 75 ਮਲਟੀਪਲਾਈ 100, 2 ਜ਼ੀਰੋਆਂ ਲੱਗ ਗਏ। ਕਿੰਨਾ ਆਂਸਰ ਆ ਗਿਆ? 7500, ਠੀਕ ਹੈ ਜੀ। ਇਸ ਤਰ੍ਹਾਂ ਮਲਟੀਪਲਾਈ ਕੀਤਾ। ਓਕੇ ਜੀ, ਗੱਲ ਸਮਝ ਲੱਗੀ ਇੱਥੇ ਤੱਕ? ਹੁਣ ਨੈਕਸਟ ਕੁਐਸਚਨ ਦੇਖੋ। ਅੱਗੇ ਦੇਖੋ ਇਹ ਕੁਐਸਚਨ ਦੇਖੋ, ਇਹਨੂੰ ਸਮਝੋ ਧਿਆਨ ਨਾਲ ਪਹਿਲਾਂ। ਰੇਸ਼ੀਓ ਆਫ ਇਨਕਮ A ਅਤੇ B ਦੀ ਆਮਦਨੀ ਦਾ ਅਨੁਪਾਤ 4:3 ਐਂਡ ਦਾ ਰੇਸ਼ੀਓ ਆਫ देयर ਐਕਸਪੈਂਡੀਚਰ ਅਤੇ ਖਰਚ ਦਾ ਅਨੁਪਾਤ AB ਦਾ ਖਰਚ ਦਾ ਅਨੁਪਾਤ 2:1। If the saving of each person is 6000, find income of A and B। ਅਤੇ ਜੇ ਹਰੇਕ 6000 ਬਚਾਉਂਦਾ ਤਾਂ A ਅਤੇ B ਦੀ ਇਨਕਮ ਦੱਸੋ। A ਅਤੇ B ਦੀ ਇਨਕਮ, A ਅਤੇ B ਰੇਸ਼ੋ, ਇਨਕਮ ਦਾ ਰੇਸ਼ੋ ਕਿੰਨਾ ਦਿੱਤਾ ਹੈ? A ਐਂਡ B ਦਾ AB, A ਦੀ ਇਨਕਮ ਕਿੰਨੀ ਆ? 4, B ਦੀ 3। ਖਰਚ ਐਕਸਪੈਂਡੀਚਰ 2 1, ਠੀਕ ਹੈ। ਜਿੱਥੇ ਗੱਲ ਸਮਝ ਲੱਗ ਗਈ 2 1। ਬਚਤ 6000 2 2 2 ਕਿਹਦੇ ਬਰਾਬਰ ਆ? 6000। ਦੇਖੋ ਗੱਲ ਸਮਝ ਆਈ ਤੇ ਮੈਂ ਪਿਛਲੇ ਕੁਐਸਚਨ ਵਿੱਚ ਵੀ ਆਪਣੇ ਲਈ ਕੀ ਹੋਊਗਾ? ਇਨਕਮ ਜਦੋਂ ਆਪਾਂ ਕੋਈ ਵੀ ਚੀਜ਼ ਕਮਾਉਂਦੇ ਆ, ਮੰਨ ਲਓ ਆਪਾਂ 4 ਰੁਪਏ ਕਮਾਉਣੇ, ਜੇ ਉਹਦੇ ਵਿੱਚੋਂ ਆਪਾਂ 2 ਖਰਚ ਕਰਦੇ ਆ, ਜਿਹੜੇ 2 ਬਚਦੇ ਨੇ ਉਹ ਬਚਤ ਹੋਈ ਨਾ। ਮੰਨ ਲਓ ਆਪਾਂ ਕਮਾਉਂਦੇ ਆ, ਉਹਦੇ ਵਿੱਚ 2 ਹੀ ਚੀਜ਼ਾਂ ਕਰ ਸਕਦੇ ਹਾਂ, ਜਾਂ ਤਾਂ ਆਪਾਂ ਖਰਚ ਕਰ ਸਕਦੇ ਹਾਂ ਜਾਂ ਦੂਜੀ ਫਿਰ ਬਚਤ ਹੋਊਗੀ, ਠੀਕ ਹੈ ਜੀ। 2 ਖਰਚ ਕਰ ਰਹੇ ਹਾਂ ਤਾਂ 2 ਬਚਣਗੇ। 2 ਕਿਹਦੇ ਬਰਾਬਰ ਦਿੱਤਾ? 2 ਬਰਾਬਰ 6 ਦੇ, 6000 ਦੇ। ਆਪਣੇ ਤੋਂ ਪੁੱਛਿਆ ਗਿਆ, ਇਨਕਮ ਪੁੱਛੀ ਗਈ ਹੈ। ਇਨਕਮ ਕਿੰਨੀ ਦਿੱਤੀ ਹੈ? 4 4, ਇੱਥੇ 2। A ਦੀ ਇਨਕਮ ਕਿੰਨੀ ਆ ਗਈ? 12000। ਇਸੇ ਤਰ੍ਹਾਂ ਇੱਥੇ 3 ਰੱਖ ਲਾਂਗੇ। 6000 ਬਰਾਬਰ 2 ਦੇ, 6000 ਬਰਾਬਰ 2 ਦੇ, 3 ਬਰਾਬਰ ਕਿਹਦੇ ਹੋਊਗਾ? ਇੱਥੇ 3 ਆ ਜਾਊਗਾ। 3 ਬਰਾਬਰ 9000। ਇਹ A ਦੀ ਇਨਕਮ ਆ ਗਈ, ਇਹ B ਦੀ ਇਨਕਮ ਆ ਗਈ। ਦੇਖੋ ਆਪਸ਼ਨ ਦੇਖੋ ਕਿਹੜਾ? ਆਪਸ਼ਨ ਕਿਹੜਾ ਜੀ? ਆਪਸ਼ਨ A ਆਂਸਰ ਆ। ਗੱਲ ਸਮਝ ਲੱਗੀ ਆਪਾਂ ਕਿਵੇਂ ਕੀਤਾ? ਇਨਕਮ ਦੇਖੋ, ਇਨਕਮ A ਅਤੇ B ਦੀ ਦਿੱਤੀ ਹੋਈ ਸੀ। ਆਮਦਨੀ 4:3, ਐਕਸਪੈਂਡੀਚਰ ਖਰਚ ਜੋ ਵੀ ਖਰਚ ਕਰਦੇ ਸੀ ਇਨਕਮ ਵਿੱਚੋਂ 2:1। ਜੇ ਆਪਾਂ ਆਮਦਨ ਵਿੱਚੋਂ ਖਰਚ ਕਰ ਰਹੇ ਹਾਂ, ਦੂਸਰੀ ਚੀਜ਼ ਕੀ ਹੋਊਗੀ? ਆਪਾਂ ਬਚਤ ਕਰ ਰਹੇ ਹਾਂ। ਬਚਤ ਕਿੰਨੀ ਕਰ ਰਹੇ ਹਾਂ? 2:2 ਦੇ ਵਿੱਚ ਬਚਤ ਕਰ ਰਹੇ ਹਾਂ। ਬਟ ਬਚਤ ਆਪਣੀ ਵੈਲਿਊ ਦੇ ਵਿੱਚ ਕਿੰਨੀ ਦਿੱਤੀ ਹੋਈ ਆ? 6000। 2 ਕਿਹਦੇ ਬਰਾਬਰ ਹੋ ਗਿਆ? 2 ਬਰਾਬਰ 6000 ਦੇ, 2 ਬਰਾਬਰ 6000 ਦੇ। ਆਪਣੇ ਤੋਂ ਕੀ ਪੁੱਛਿਆ ਗਿਆ ਸੀ? ਆਪਣੇ ਤੋਂ ਉਹਨਾਂ ਦੀ ਇਨਕਮ ਪੁੱਛੀ ਗਈ ਸੀ। A ਦੀ ਇਨਕਮ ਰੇਸ਼ੋ ਦੇ ਵਿੱਚ ਕਿੰਨੀ ਦਿੱਤੀ ਹੈ? 4। ਜੇ ਆਪਾਂ ਹੇਠਾਂ ਰੇਸ਼ੀਓ ਰੱਖ ਰਹੇ ਹਾਂ ਤਾਂ ਮਲਟੀਪਲਾਈ ਵੀ ਰੇਸ਼ੀਓ ਨਾਲ ਕਰਾਂਗੇ। 4 ਕਿਹਦੇ ਬਰਾਬਰ ਆ? 4 ਬਰਾਬਰ 12000 ਦੇ। ਇਸ ਤਰ੍ਹਾਂ 3 ਕਿਹਦੇ ਬਰਾਬਰ ਆ? 3 ਬਰਾਬਰ 9000 ਦੇ। ਠੀਕ ਹੈ ਜੀ, ਸਮਝ ਲੱਗੀ ਗੱਲ? ਹੁਣ ਨੈਕਸਟ ਕੁਐਸਚਨ ਚੱਲਦੇ ਹਾਂ। ਨੈਕਸਟ ਕੁਐਸਚਨ ਦੇਖੋ ਨੈਕਸਟ ਕੁਐਸਚਨ ਸਮਝੋ ਨਹੀਂ। ਰੇਸ਼ੀਓ ਆਫ ਇਨਕਮ ਆਫ A and B
बराबर 5:4। इनकम का रेशियो ए ਅਤੇ बी का 5:4 एंड द रेशियो ऑफ देयर एक्सपेंडिचर 3:2 ਅਤੇ खर्च का अनुपात ए ਅਤੇ बी का 3:2। इफ द सेविंग ऑफ ईच परसन जे हरेक परसन 8000 बचाउंदा फाइंड इनकम ऑफ ए एंड बी। जे हरेक व्यक्ति 8000 बचाउंदा तां ए ਅਤੇ बी ਦੀ ਇਨਕਮ ਦੱਸੋ। ए ਅਤੇ बी ਦੀ ਆਮਦਨੀ ਦਾ ਅਨੁਪਾਤ 5:4, ਉਹਨਾਂ ਦੇ ਖਰਚੇ ਦਾ ਅਨੁਪਾਤ 3:2। ਜੇਕਰ ਹਰੇਕ ਵਿਅਕਤੀ 8000 ਬਚਾਉਂਦਾ 8000 ਬਚਤ ਕਰਦਾ ਤਾਂ ए ਅਤੇ बी ਦੀ ਆਮਦਨੀ ਦੱਸੋ। ਠੀਕ ਹੈ ਜੀ, ਕੁਐਸਚਨ ਸਮਝ ਲੱਗ ਗਿਆ। ਹੁਣ ਆਨਸਰ ਦੇਖੋ, ਆਨਸਰ ਵੀ ਸਮਝੋ। ਹੁਣ ए ਅਤੇ बी ਇਨਕਮ, ए ਦੀ ਇਨਕਮ ਕਿੰਨੀ ਦਿੱਤੀ ਹੋਈ ਆ? ए ਦੀ ਇਨਕਮ ਦਿੱਤੀ ਹੋਈ ਆ ਆਪਣੇ ਲਵੇ 5, बी ਦੀ ਇਨਕਮ ਕਿੰਨੀ ਦਿੱਤੀ ਹੋਈ ਆ? 4। ਖਰਚ ਕਿੰਨਾ ਕਰਦੇ ਨੇ? ਐਕਸਪੈਂਡੀਚਰ ਕਿੰਨਾ ਕਰਦੇ ਨੇ ਖਰਚੇ? ए ਕਿੰਨਾ ਕਰਦਾ? 3, बी ਕਿੰਨਾ ਕਰਦਾ? 2। ਜੇਕਰ ਹਰੇਕ ਵਿਅਕਤੀ ਦੀ ਬਚਤ 8000, ਇਹਦੀ ਬਚਤ ਕਿੰਨੀ ਆ? 2, ਇਹਦੀ ਕਿੰਨੀ ਆ? 2। 2 ਕਿਹਦੇ ਬਰਾਬਰ ਆ ਜੀ? 2 ਬਰਾਬਰ 8000 ਦੇ। ਤੇ ਕੀ ਪੁੱਛਿਆ ਗਿਆ? ए ਦੀ ਆਮਦਨ 5 ਕਿਹਦੇ ਬਰਾਬਰ ਆ ਜਾਊਗਾ? 5 ਬਰਾਬਰ 20000। ए ਦੀ ਆਮਦਨੀ ਕਿੰਨੀ ਆ ਗਈ? 20000। ਇਸੇ ਤਰ੍ਹਾਂ बी ਦੀ ਦੇਖੋ, बी ਦੀ ਆਮਦਨੀ ਕਿਹਦੇ ਬਰਾਬਰ ਆ ਗਈ? 4, 2, 16000। ਠੀਕ ਹੈ ਜੀ। ਆਪਸ਼ਨ ਦੱਸੋ ਕਿਹੜਾ ਇਹਦੇ ਵਿੱਚੋਂ? ਆਪਸ਼ਨ ਕਿਹੜਾ ਆਨਸਰ ਹੈ ਇਹਦੇ ਵਿੱਚੋਂ? ਆਪਸ਼ਨ बी। ठीक है जी, गल समझ लगी आप किवें कीता ये क्वेश्चन। हुण नैक्सट क्वेश्चन देखो, समझ लग गई गल ये। ठीक है जी, हुण नैक्सट क्वेश्चन देखो। ये क्वेश्चन इंपॉर्टेंट आ बहुत ज़्यादा, इन ध्यान ना समझो पहला क्वेश्चन ध्यान ना समझो पहला। द रेशियो ऑफ परसनल इनकम व्यक्तिगत आमदन ए ਅਤੇ बी, ए ਅਤੇ बी ਦੀ व्यक्तिगत आमदन लास्ट ईयर पिछले साल 12 ਅਤੇ 25। ए ਦੀ पिछले साल आमदन कितनी थी? 12। बी ਦੀ कितनी थी? 25। द रेशियो ऑफ लास्ट ईयरस इनकम एंड करंट ईयर इनकम। रेशियो दिता है ए ਅਤੇ बी ਦਾ लास्ट ईयर ਦੀ इनकम ਦਾ, लास्ट ईयर इनकम एंड करंट ईयर इनकम। ये पिछले साल की इनकम दी हुई जी 4 ਅਤੇ ए ਦੀ ਹੁਣ ਦੀ इनकम कितनी है? 7। इस तरह बी ਦੀ पिछले साल की इनकम 5 ਤੇ ਹੁਣ ਦੀ कितनी है? 2। ठीक है जी। द सम ऑफ करंट इनकम ऑफ बोथ, द सम ऑफ करंट इनकम दोनों की वर्तमान इनकम का जोड़ दिता हुआ 31000। दैन फाइंड आउट ए एंड बीज करंट इनकम। ए ते बी दी इनकम दसनी अड अड। ठीक है जी, ए ते बी दी करंट हुण दी इनकम दसनी आ। हुण देखो क्वेश्चन समझो पंजाबी विच। देखो पिछले साल ए ਅਤੇ बी ਦੀ व्यक्तिगत आमदनी ਦਾ अनुपात 12-25। पिछले साल ਦਿੱਤੀ ਹੈ ਜੀ ए ਦੀ ਆਮਦਨ 12 ਤੇ B ਦੀ 25। पिछले साल ਦੀ ਆਮਦਨੀ ਅਤੇ ਮੌਜੂਦਾ ਸਾਲ ਦੀ ਆਮਦਨ ए ਅਤੇ B ਦੀ, ਇਹ A ਦੀ ਪਿਛਲੇ ਸਾਲ ਦੀ ਆ ਤੇ A ਦੀ ਹੁਣ ਦੀ ਆ, ਇਹ B ਦੀ ਪਿਛਲੇ ਸਾਲ ਦੀ ਆ ਤੇ ਹੁਣ ਦੀ ਆ। ਕਰਮਵਾਰ ਦੋਵਾਂ ਦੀ ਮੌਜੂਦਾ ਆਮਦਨੀ ਦਾ ਜੋੜ 31000। फिर ए ਅਤੇ B ਦੀ ਮੌਜੂਦਾ ਆਮਦਨ ਨੂੰ ਵੱਖਰੇ ਤੌਰ ਤੇ ਲੱਭੋ। ठीक है जी, क्वेश्चन समझ गए। ਹੁਣ देखो हल समझो। देखो ए बी, ए ਦੀ पिछले साल ਦੀ इनकम कितनी आ? 12, B ਦੀ कितनी आ? 25। इस तरह ए एंड बी करंट इनकम कितनी है जी? एंड लास्ट ईयर आप एवं लिख लांगे लास्ट ईयर इनकम करंट कितनी दी हुई आ? देखो बी ए दी करंट कितनी आ? 7
ਤੇ ਪਿਛਲੇ ਸਾਲ ਦੀ 4। ਇਸ ਤਰ੍ਹਾਂ B ਦੀ 2 ਤੇ ਪਿਛਲੇ ਸਾਲ ਦੀ 5। ਹੁਣ ਇੱਥੇ ਗੱਲ ਧਿਆਨ ਨਾਲ ਸਮਝੋ। ਦੇਖੋ ਮੈਂ ਤੁਹਾਨੂੰ ਫਸਟ ਕਲਾਸਾਂ ਵਿੱਚ ਦੱਸਿਆ ਸੀ ਵੀ ਵੈਲਿਊ ਇੱਕੋ ਸੇਮ ਚੀਜ਼ ਦੀ ਅੱਡ ਅੱਡ ਨਹੀਂ ਹੋਣੀ ਚਾਹੀਦੀ। ਲਾਸਟ ਈਅਰ ਇਨਕਮ ਇਹ ਵੀ ਕੀ ਆਪਣੇ ਲਵੇ ਲਾਸਟ ਈਅਰ ਇਨਕਮ। ਦੇਖੋ ਸਮਝੋ, ਇੱਥੇ ਕੁਐਸਚਨ ਸਮਝੋ ਪਹਿਲਾਂ। ਲਾਸਟ ਈਅਰ ਇਨਕਮ ਹੈ ਨਾ ਜੀ, ਲਾਸਟ ਈਅਰ ਇਨਕਮ। ਇੱਥੇ ਵੀ ਦੇਖੋ ਲਾਸਟ ਈਅਰ ਇਨਕਮ। ਠੀਕ ਹੈ ਜੀ। ਵੈਲਿਊ ਕਿਵੇਂ ਅੱਡ ਅੱਡ ਹੋ ਸਕਦੀ ਆ? ਵੈਲਿਊ ਤਾਂ ਆਪਣੇ ਸੇਮ ਹੋਣੀ ਚਾਹੀਦੀ ਹੈ ਲਾਸਟ ਈਅਰ ਇਨਕਮ ਦੀ। A ਦੀ ਵੈਲਿਊ ਸੇਮ ਹੋਣੀ ਚਾਹੀਦੀ ਹੈ, B ਦੀ ਵੈਲਿਊ ਸੇਮ ਹੋਣੀ ਚਾਹੀਦੀ ਆ। ਬਰਾਬਰ ਕਰਨ ਲਈ ਕੀ ਕਰਾਂਗੇ ਬਰਾਬਰ ਕਰਨ ਲਈ 4 ਨੂੰ ਕਿਹਦੇ ਨਾਲ ਮਲਟੀਪਲਾਈ ਕਰੀਏ ਬਰਾਬਰ ਹੋ ਜਾਏ? 3 ਨਾਲ ਮਲਟੀਪਲਾਈ ਕਰ ਦਈਏ। ਠੀਕ ਹੈ ਜੀ। A ਦੀ ਕਰੰਟ ਇਨਕਮ ਕਿੰਨੀ ਆ ਗਈ? 21। ਲਾਸਟ ਈਅਰ ਇਨਕਮ ਕਿੰਨੀ ਆ? 12। ਸੇਮ ਹੋ ਗਈ 12 ਲਾਸਟ ਈਅਰ। ਠੀਕ ਹੈ ਜੀ, ਹੋ ਗਈ ਸੇਮ। ਇਸ ਤਰ੍ਹਾਂ B ਦੀ ਦੇਖੋ, B ਨੂੰ ਆਪਾਂ ਕਿਹਦੇ ਨਾਲ ਮਲਟੀਪਲਾਈ ਕਰੀਏ ਵੀ ਲਾਸਟ ਈਅਰ ਇਨਕਮ ਦੇ ਬਰਾਬਰ ਹੋ ਜੇ? ਇਹਨੂੰ 5 ਨਾਲ ਕਰ ਦਈਏ। ਠੀਕ ਹੈ ਜੀ। ਦੇਖੋ ਕਰੰਟ ਈਅਰ ਕਿੰਨੀ ਹੋ ਗਈ? 10 ਤੇ ਲਾਸਟ ਈਅਰ ਕਿੰਨੀ ਹੋ ਗਈ? 25। ਬਰਾਬਰ ਹੋ ਗਈ ਨਾ 25 ਲਾਸਟ ਈਅਰ ਤੇ ਹੁਣ 25 ਬਰਾਬਰ ਹੋ ਗਿਆ ਨਾ। ਹੁਣ ਦੇਖੋ ਕੀ ਦਿੱਤਾ ਆਪਾਂ ਨੂੰ ਕੁਐਸਚਨ ਵਿੱਚ? ਮੌਜੂਦਾ ਆਮਦਨੀ ਦਾ ਜੋੜ। ਮੌਜੂਦਾ ਆਮਦਨੀ ਕਿੰਨੀ ਆ? ਕਰੰਟ ਇਨਕਮ ਕਿੰਨੀ ਆ ਆਪਣੀ? 31। 31 ਕਿਹਦੇ ਬਰਾਬਰ ਆ? 31 ਬਰਾਬਰ 31,000 ਦੇ। B ਦੀ ਮੌਜੂਦਾ ਆਮਦਨੀ ਨੂੰ ਵੱਖਰੇ, ਫਿਰ A ਅਤੇ B ਦੀ ਮੌਜੂਦਾ ਆਮਦਨੀ ਨੂੰ ਵੱਖਰੇ ਦੱਸੋ। 31 ਬਰਾਬਰ 31,000 ਦੇ। A ਦੀ ਕਰੰਟ ਇਨਕਮ ਕਿੰਨੀ ਆ? 21। 21 ਕਿੰਨਾ ਆ ਗਿਆ? A ਕਿੰਨਾ ਆ ਗਿਆ? 21,000। A ਕਿੰਨਾ ਆ ਗਿਆ? 21,000। B ਕਿੰਨਾ ਆ ਜਾਊਗਾ? B ਕਿੰਨਾ ਆ ਜਾਊਗਾ ਇੱਥੇ? 10,000। ਠੀਕ ਹੈ ਜੀ। ਸਮਝ ਲੱਗੀ ਗੱਲ ਇੱਥੇ ਤੱਕ? ਸਮਝ ਲੱਗੀ ਗੱਲ ਆ ਇੱਥੇ ਤੱਕ? A B ਦੇ ਲਾਸਟ ਈਅਰ ਇਨਕਮ ਦਿੱਤੀ ਹੋਈ ਆ। ਲਾਸਟ ਈਅਰ ਜੋ ਵੀ ਕਮਾਉਂਦੇ ਸੀ ਉਹ ਦਿੱਤੀ ਹੋਈ ਆ। ਕਿੰਨੇ? A ਕਿੰਨੇ ਕਮਾਉਂਦਾ ਸੀ? 12। B ਕਿੰਨੇ ਕਮਾਉਂਦਾ ਸੀ? 25। ਠੀਕ ਹੈ ਜੀ। ਸਮਝ ਲੱਗੀ ਇੱਥੇ ਤੱਕ ਗੱਲ? ਹੁਣ ਅੱਗੇ ਦੇਖੋ। ਹੁਣ ਅਗਲੇ ਸਾਲ A ਦੀ ਇਨਕਮ ਦਿੱਤੀ ਹੋਈ ਆ 7 ਤੇ B ਦੀ ਇਨਕਮ ਦਿੱਤੀ ਹੋਈ ਆ 2। ਅਗਲੇ ਸਾਲ A ਕਮਾਉਂਦਾ 2 ਤੇ B ਅਗਲੇ ਸਾਲ A ਕਮਾਉਂਦਾ 7, B ਕਮਾਉਂਦਾ 2। ਠੀਕ ਹੈ ਜੀ। ਤੇ ਇਸੇ ਤਰ੍ਹਾਂ ਇਹਦੇ ਵਿੱਚ A ਦੀ ਇਨਕਮ ਦਿੱਤੀ ਹੋਈ ਆ ਪਿਛਲੇ ਸਾਲ ਦੀ 4 ਤੇ B ਦੀ ਪਿਛਲੇ ਸਾਲ ਦੀ ਇਨਕਮ ਦਿੱਤੀ ਹੋਈ ਆ 5। ਹੁਣ ਇੱਥੇ ਗੱਲ ਮੈਂ ਸਮਝਾਈ ਆ ਤੁਹਾਨੂੰ, ਇੱਥੇ ਗੱਲ ਧਿਆਨ ਨਾਲ ਸਮਝੋ। ਇਹ ਵੀ ਪਿਛਲੇ ਸਾਲ ਦੀ ਇਨਕਮ ਆ A ਦੀ, ਤੇ ਇੱਥੇ ਵੀ ਪਿਛਲੇ ਸਾਲ ਦੀ ਇਨਕਮ ਦਿੱਤੀ ਹੋਈ ਆ A ਦੀ। ਇਹ ਵੀ ਪਿਛਲੇ ਸਾਲ ਦੀ ਇਨਕਮ ਆ A ਦੀ, ਇਹ ਵੀ ਪਿਛਲੇ ਸਾਲ ਦੀ ਵਾ। ਇਹ ਤਾਂ ਅੱਡ ਅੱਡ ਹੋਣੀ ਚਾਹੀਦੀ। ਜੇ ਪਿਛਲੇ ਸਾਲ ਦੀ ਇਨਕਮ ਆ A ਦੀ, ਦੋਨੇ ਸੇਮ ਹੋਣੀ ਚਾਹੀਦੀ ਆ। ਸੇਮ ਕਰਨ ਲਈ ਆਪਾਂ ਕੀ ਕੀਤਾ? 3 ਨਾਲ ਮਲਟੀਪਲਾਈ ਕਰਤਾ। ਕਿੰਨਾ ਆ ਗਿਆ? 12। 12 ਇੱਥੇ ਵੀ ਆ ਬਰਾਬਰ। ਇਸ ਤਰ੍ਹਾਂ B ਦੀ ਵੀ ਸੇਮ ਕਰਤੀ ਆਪਾਂ ਵੈਲਿਊ। ਠੀਕ ਹੈ ਜੀ। 31 ਕਿਹਦੇ ਬਰਾਬਰ ਹੋਇਆ? 31,000 ਦੇ। 31 ਕਿਹਦੇ ਬਰਾਬਰ ਹੋਇਆ? 31,000 ਦੇ। X ਕਿੰਨਾ ਕਦੀ? 1,000। ਜੇ ਆਪਾਂ ਇੱਥੇ X ਲਿਖਾਂਗੇ, ਇੱਥੇ ਦੇਖੋ ਸਮਝੋ X ਦੀ ਵੈਸੇ X ਤਾਂ ਕੱਟਿਆ ਜਾਣਾ, ਫਿਰ ਵੀ ਦੇਖੋ ਜੇ ਇੱਥੇ ਆਪਾਂ X ਲਿਖਾਂਗੇ ਇੱਥੇ ਵੀ X ਹੋਊਗਾ, X ਇੱਥੇ ਵੀ ਹੋਊਗਾ, X ਨਾਲ X ਕੱਟਿਆ ਜਾਊਗਾ। ਠੀਕ ਹੈ ਜੀ। A ਦੀ ਵੈਲਿਊ ਕਿੰਨੀ ਆ ਗਈ? 21,000। B ਦੀ ਵੈਲਿਊ ਕਿੰਨੀ ਆ ਗਈ? 10,000। ਠੀਕ ਹੈ ਜੀ। ਆਪਣਾ ਫਾਈਨਲ ਆਂਸਰ ਇਹ ਆ। ਆਪਸ਼ਨ ਦੱਸੋ ਕਿਹੜਾ ਇਹਦੇ ਵਿੱਚੋਂ? ਆਪਸ਼ਨ A। ਠੀਕ ਹੈ ਜੀ। ਇਹ ਆਪਣਾ ਫਾਈਨਲ ਆਂਸਰ। ਗੱਲ ਸਮਝ ਲੱਗੀ ਇੱਥੇ ਤੱਕ? ਆਪਾਂ ਕਿਵੇਂ ਕੀਤਾ ਇੱਕ ਵਾਰੀ ਹੋਰ ਦੱਸ ਦੇਣਾ ਮੈਂ ਤੁਹਾਨੂੰ। ਦੇਖੋ A ਅਤੇ B ਦੀ ਲਾਸਟ ਈਅਰ ਇਨਕਮ ਦਿੱਤੀ ਹੋਈ ਆ। A ਦੀ ਲਾਸਟ ਈਅਰ ਇਨਕਮ ਕਿੰਨੀ ਆ? 12। B ਦੀ ਕਿੰਨੀ ਆ? 25। A ਦੀ ਕਰੰਟ ਇਨਕਮ ਦਿੱਤੀ ਹੋਈ ਆ 7, B ਦੀ ਦਿੱਤੀ ਹੋਈ ਆ 2। ਫਿਰ ਇੱਥੇ ਲਾਸਟ ਈਅਰ ਦੀ ਵੀ ਇਨਕਮ ਦਿੱਤੀ ਹੋਈ ਆ A ਦੀ ਐਂਡ B ਦੀ। A ਦੀ ਲਾਸਟ ਈਅਰ ਇਨਕਮ ਕਿੰਨੀ ਆ? 4 ਤੇ B ਦੀ 5। ਬਟ ਇੱਥੇ 4 ਦਿੱਤੀ ਹੋਈ ਆ ਲਾਸਟ ਈਅਰ ਇਨਕਮ A ਦੀ, ਇੱਥੇ 12 ਦਿੱਤੀ ਹੋਈ ਆ। ਆਪਾਂ ਬਰਾਬਰ ਕਰਨੀ ਪਊਗੀ। ਇਨਕਮ ਲਾਸਟ ਈਅਰ ਦੀ ਆ, ਇਹ ਸੇਮ ਆ, ਫਿਰ ਇਹ ਤਾਂ ਸੇਮ ਹੀ ਹੋਣੀ ਚਾਹੀਦੀ। ਆਪਾਂ ਬਰਾਬਰ ਕਰਨ ਲਈ ਕੀ ਕੀਤਾ? 3 ਨਾਲ ਮਲਟੀਪਲਾਈ, ਇਹਨੂੰ ਬਰਾਬਰ ਕਰਤਾ ਜੀ 12। ਇੱਥੇ ਵੀ ਆ ਗਿਆ ਲਾਸਟ ਈਅਰ, ਇੱਥੇ 12 ਹੈ ਤੀ ਆਪਣੇ ਲਈ ਬਰਾਬਰ ਹੋ ਗਿਆ। ਇਸੇ ਤਰ੍ਹਾਂ B ਦੀ ਬਰਾਬਰ ਕਰਨ ਲਈ 5 ਨਾਲ ਮਲਟੀਪਲਾਈ ਕਰਤਾ, ਇੱਥੇ 25 ਆ ਗਿਆ, ਇੱਥੇ 25 ਆਪਣੇ ਲਈ ਪਹਿਲਾਂ ਹੁੰਦੀ 25 ਬਰਾਬਰ ਹੋ ਗਿਆ। A ਦੀ ਕਰੰਟ ਇਨਕਮ ਕਿੰਨੀ ਆ ਗਈ? 21। B ਦੀ ਕਰੰਟ ਇਨਕਮ 10। 31 ਕਿਹਦੇ ਬਰਾਬਰ ਹੋ ਗਿਆ? ਦੋਨਾਂ ਨੂੰ ਐਡ ਕੀਤਾ। 31 ਕਿਹਦੇ ਬਰਾਬਰ ਹੋਇਆ? 31,000 ਦੇ। X ਕਿੰਨਾ ਆ ਗਿਆ? 1,000। ਇੱਥੇ X ਤੀ, ਇੱਥੇ ਵੀ X ਤੀ। X ਨੂੰ ਆਪਾਂ 21 ਨਾਲ ਮਲਟੀਪਲਾਈ ਕੀਤਾ, 21,000 ਆ ਗਿਆ। B ਨੂੰ 10 ਨਾਲ ਮਲਟੀਪਲਾਈ ਕੀਤਾ, 10 ਨਾਲ 1000 ਨੂੰ ਮਲਟੀਪਲਾਈ ਕੀਤਾ। 1000 ਆਪਣਾ ਕੀਤੀ X ਤੀ 1000।
10 ਨਾਲ ਮਲਟੀਪਲਾਈ ਕੀਤਾ 10,000 ਆ ਗਿਆ। ਠੀਕ ਹੈ ਜੀ, ਗੱਲ ਸਮਝ ਲੱਗੀ ਇੱਥੇ ਤੱਕ। ਆਈ ਹੋਪ ਤੁਹਾਨੂੰ ਇਹ ਟੌਪਿਕ ਬਹੁਤ ਚੰਗੀ ਤਰ੍ਹਾਂ ਸਮਝ ਲੱਗਿਆ ਹੋਊ ਤੇ ਤੁਹਾਡਾ ਹੁਣ ਕੋਈ ਵੀ ਰੇਸ਼ੀਓ ਦਾ ਕੁਐਸਚਨ ਨਹੀਂ ਰੁਕਦਾ। ਤੁਸੀਂ ਕੋਈ ਵੀ ਬੁੱਕ ਚੱਕੋ ਅਤੇ ਰੇਸ਼ੀਓ ਦੇ ਕੁਐਸਚਨ ਅਟੈਂਪਟ ਕਰਕੇ ਦੇਖੋ, ਮੈਂ ਗਾਰੰਟੀ ਦਿੰਦਾ ਵੀ ਤੁਹਾਡੇ ਸਾਰੇ ਕੁਐਸਚਨ ਹੱਲ ਹੋਣਗੇ। ਠੀਕ ਹੈ ਜੀ, ਇਹ ਕਲਾਸਾਂ ਤੁਸੀਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਬੱਚਿਆਂ ਨੂੰ ਵੀ ਇਹ ਕਲਾਸਾਂ ਦਾ ਲਾਭ ਮਿਲੇ। ਠੀਕ ਆ, ਤੇ ਸਾਨੂੰ ਵੀ ਮੋਟੀਵੇਸ਼ਨ ਮਿਲੇ। ਠੀਕ ਹੈ ਜੀ, ਗੱਲ ਸਮਝ ਰਹੇ ਹੋ ਤੁਸੀਂ? ਇਸ ਲਈ ਕਲਾਸਾਂ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰੋ। ਓਕੇ ਜੀ, ਥੈਂਕ ਯੂ।